सत श्री अकाल जी। साडे रेडियो ते तुहाडा सारिआं दा हर रोज़ की तरह स्वागत है। असीं खबरां लैके हाजिर हो गए हां। मैं हां हरमनप्रीत कौर ते हर रोज़ की तरह ही गलबात करांगे सीनियर पत्रकार स्वरण सिंह टैणा जी दे नाल ते उन्हां तों जाणांगे देश दुनिया दा ते पंजाब दा हाल चाल। टैणा सर, बहुत बहुत स्वागत है जी प्रोग्राम। बड़ी मेहरबानी जी, तुहाडा बहुत बहुत धन्नवाद ते साडे वाला रेडियो सुनने वाले सारे ही परिवारक मैंबरां नूं प्यार भरी तने की सत श्री अकाल है जी। सर, सब तो पहला तो गल करते हैं जी गुरदासपुर तो जो MP ने सनी देओल होरां दी खबर आ रही थी कि उन्होंने जो बंगला है उन्होंने नीलाम कर दिता जाऊगा, पर हुण खबर आ रही है कि हुक्म वापस ले लिया गया जी। देखो जी, पहली गल तो यह है भी सनी देओल की चर्चा बड़ी छिड़ती रहिंदी है क्योंकि वो मैंबर पार्लीमेंट हो के भी ना होया वर्गा। ਉਹਦੀ फिल्म बहुत चली है, ਉਹਦੀਆਂ फिल्मां चलदियां रहन, ਅਸੀਂ हमेशा ਇਹਦੀ कामना करते हैं। ਅਸੀਂ ਉਹਦੀ ਬਾਰਡਰ फिल्म भी देखी सी, ਉਦੋਂ देखी सी ਜਦੋਂ ਉਹ MP नहीं सी। ਅਸੀਂ ਉਹਦੀ गदर भी ਵੇਖੀ ਸੀ, ਉਦੋਂ देखी सी ਜਦੋਂ ਉਹ MP नहीं सी। ਅਸੀਂ ਉਹਦੀ ਘਾਤਕ ਫਿਲਮ ਵੀ ਦੇਖੀ ਸੀ, ਪਰ ਉਦੋਂ ਦੇਖੀ ਸੀ ਜਦੋਂ ਉਹ MP ਨਹੀਂ ਸੀ। ਅਸੀਂ ਉਹਦੀ ਮਾਂ ਤੁਝੇ ਸਲਾਮ ਤੇ ਇੰਡੀਅਨ ਵੀ ਵੇਖੀ ਸੀ, ਪਰ ਇਹ ਉਦੋਂ ਦੇਖੀਆਂ ਸੀ ਜਦੋਂ ਉਹ MP ਨਹੀਂ ਸੀ। ਪਰ ਗੱਲ ਇਹ ਵੀ MP ਹੋਣਾ ਵੱਖਰੀ ਗੱਲ ਹੈ ਤੇ ਫਿਲਮਾਂ ਬਣਾਉਣੀਆਂ ਵੱਖਰੀ ਗੱਲ ਆ। ਜਿੰਨੇ ਫਿਲਮਾਂ ਵਾਲੇ ਉਹ ਸਾਰੇ MP ਨਹੀਂ ਤੇ ਜਿੰਨੇ MP ਉਹ ਸਾਰੇ ਫਿਲਮਾਂ ਨਹੀਂ ਕਰਦੇ। ਪਰ ਸਨੀ ਦਿਓਲ ਨੇ ਆਪਦਾ ਫਿਲਮਾਂ ਵਾਲਾ ਪੱਖ ਭਾਰੀ ਰੱਖਿਆ ਤੇ ਹਲਕੇ ਵਾਲਾ ਜਿਹੜਾ ਉਹ ਬਿਲਕੁਲ ਲਵਾਰਸ ਕਰਕੇ ਰੱਖ ਦਿੱਤਾ ਕੰਮ। ਤੇ ਇਹਦੇ ਬਾਰੇ ਸਮੇਂ-ਸਮੇਂ ਦੇ ਉੱਤੇ ਖਬਰਾਂ ਆਉਂਦੀਆਂ ਰਹਿੰਦੀਆਂ। ਇਹ ਉਹ ਬੰਦਾ ਜਿਹੜਾ 3 ਸਾਲ ਤੋਂ ਆਪਣੇ ਹਲਕੇ 'ਚ ਨਹੀਂ ਵੜਿਆ। ਇਹ ਉਹ ਬੰਦਾ ਜਿਹੜਾ ਕਿ ਆਪਣੇ ਹਲਕੇ ਦੇ ਵਿੱਚ ਪੌਣੇ 5 ਸਾਲਾਂ ਦੇ ਵਿੱਚ 2 ਹਫ਼ਤੇ ਲਗਾਤਾਰ ਨਹੀਂ ਰਿਹਾ। ਇਹ ਉਹ ਬੰਦਾ ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਹਾਜ਼ਰੀ ਜਿਹਦੀ ਨਾ ਮਾਤਰ ਆ। ਤੇ ਇਹ ਉਹ ਬੰਦਾ ਜਿਹਨੇ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਵੀ ਬਹਿਸ ਦੇ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਉਹਦੇ ਕੋਲ ਸਮਾਂ ਹੀ ਨਹੀਂ। ਮੈਨੂੰ ਕੱਲ ਇੱਕ ਸੱਜਣ ਨੇ ਕਿਹਾ, ਕਹਿੰਦਾ ਵੀ ਸਨੀ ਦਿਓਲ ਦੀ ਫਿਲਮ ਬਹੁਤ ਚੱਲ ਗਈ ਆ। ਮੈਂ ਕਿਹਾ ਜਿਹੜੇ ਕੰਮ ਦੇ ਲਈ ਮਿਹਨਤ ਕੀਤੀ ਹੋਵੇ ਉਹ ਚੱਲ ਹੀ ਜਾਂਦਾ, ਤੇ ਜੇ ਕਿਤੇ ਉਹਨੇ ਗੁਰਦਾਸਪੁਰ ਦੇ ਲਈ ਮਿਹਨਤ ਕੀਤੀ ਹੁੰਦੀ ਤਾਂ ਕਾਮਯਾਬੀ ਇੱਧਰ ਵੀ ਮਿਲ ਜਾਣੀ ਸੀ, ਚੱਲ ਉਹ ਵੀ ਜਾਣਾ ਸੀ। ਪਰ ਇਹਨੇ ਉਧਰਲੇ ਪਾਸੇ ਕੀਤਾ ਹੀ ਕੁਝ ਨਹੀਂ ਗਾ ਤੇ ਹੋਣਾ ਕੀ ਆ। ਇਸ ਕਰਕੇ ਸਿਰ ਸਵਾਹ ਵਾਲੀ ਗੱਲ ਆ। ਉਸ ਤੋਂ ਅਗਲੀ ਗੱਲ ਇਹ ਆ ਵੀ ਸਨੀ ਦਿਓਲ ਦਾ ਨਾ ਇੱਕ 56 ਕਰੋੜ ਰੁਪਏ ਦਾ ਲੋਨ ਆ ਚੱਲਦਾ। ਉਹਨੇ ਫਿਲਮ ਬਣਾਈ ਸੀ ਪਿੱਛੇ ਜੇ ਘਾਇਲ ਵੰਸ ਅਗੇਨ। ਉਸ ਫਿਲਮ ਨੇ ਪਾਣੀ ਨਹੀਂ ਸੀ ਮੰਗਿਆ, ਪਰ ਇਹ ਆ ਵੀ ਉਹਨੇ ਉਦੋਂ ਲੋਨ ਲਿਆ ਸੀ। ਲੋਨ ਦੇ ਲਈ ਘਰ ਦੇ ਜਿਹੜੀ ਆ ਮੇਰੇ ਕੋਲ ਪ੍ਰਾਪਰਟੀ ਦੇ ਕਾਗਜ਼ਾਤ ਦਿੱਤੇ ਹੋਣੇ ਆ। ਉਹ ਫਿਰ ਬੈਂਕ ਆਫ ਬੜੌਦਾ ਦੇ ਵੱਲੋਂ ਸੀ। ਬੈਂਕ ਆਫ ਬੜੌਦਾ ਨੇ ਉਹਦਾ 56 ਕਰੋੜ ਰੁਪਏ ਦਾ ਲੋਨ ਕਵਰ ਕਰਨ ਦੇ ਲਈ ਉਹਦਾ ਬੰਗਲਾ ਜਿਹੜਾ ਜੂਹੂ ਦੇ ਵਿੱਚ ਤੇ ਉਹਦੀ 25 ਤਰੀਕ ਨੂੰ ਨਿਲਾਮੀ ਲਾਤੀ। ਹੁਣ 25 ਤਰੀਕ ਨੂੰ ਨਿਲਾਮੀ ਲਾਤੀ ਤੇ ਉਸ ਤੋਂ ਬਾਅਦ ਉਹਦੀਆਂ ਖਬਰਾਂ ਬਹੁਤ ਵੱਡੇ ਪੱਧਰ ਤੇ ਆ ਗਈਆਂ। ਜਦੋਂ ਖਬਰਾਂ ਆ ਗਈਆਂ ਉਦੋਂ ਹਰ ਕਿਸੇ ਨੇ ਮਜ਼ਾਕ ਵੀ ਕੀਤਾ ਵੀ ਯਾਰ ਇੱਕ ਪਾਸੇ ਕਹਿੰਦੇ ਵੀ ਸਾਡੀ 400 ਕਰੋੜ ਰੁਪਏ ਦੀ ਕਲੈਕਸ਼ਨ ਹੋ ਗਈ ਆ ਗਦਰ 2 ਦੀ, ਤੇ ਦੂਜੇ ਪਾਸੇ 56 ਕਰੋੜ ਰੁਪਈਆ ਬੰਗਲੇ ਵਾਲਾ ਵੀ ਰਹਿੰਦਾ। ਪਰ 24 ਘੰਟੇ ਦੇ ਵਿੱਚ ਬੈਂਕ ਨੇ ਆਪਣੇ ਵੱਲੋਂ ਜਾਰੀ ਕੀਤਾ ਨੋਟਿਸ ਵਾਪਸ ਲੈ ਲਿਆ। ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਤਕਨੀਕੀ ਕਾਰਨਾਂ ਕਰਕੇ ਇਹ ਨੋਟਿਸ ਵਾਪਸ ਲਿਆ ਜਾਂਦਾ ਹੈ, ਕੁਝ ਤਕਨੀਕੀ ਕਾਰਨਾਂ ਦੇ ਕਰਕੇ। ਕਾਂਗਰਸ ਨੇ ਇਸ ਗੱਲ ਨੂੰ ਮੁੱਦਾ ਬਣਾਇਆ। ਉਹ ਕਹਿੰਦੇ ਵੀ ਦੇਖੋ ਇਹ ਤਕਨੀਕੀ ਕਾਰਨ ਕਿਸੇ ਹੋਰ ਲਈ ਵੀ ਹੁੰਦੇ ਹਨ ਜਾਂ ਇਹ BJP ਦਾ ਸੰਸਦ ਮੈਂਬਰ ਹੋਣ ਕਰਕੇ ਹੀ ਹਨ। ਉਹਨਾਂ ਦਾ ਸਵਾਲ ਆਪਣੀ ਥਾਂ ਤੇ ਸਹੀ ਵੀ ਆ, ਕਿਉਂਕਿ ਦੇਖੋ ਜੇ ਕਿਸੇ ਕਿਸਾਨ ਨੇ ਲੱਖ ਰੁਪਈਆ ਮੋੜਨਾ ਹੋਵੇ ਨਾ ਬੈਂਕ ਦਾ, ਤੇ ਬੈਂਕਾਂ ਵਾਲੇ ਤੇ ਪੁਲਿਸ ਵਾਲੇ ਲਹੂ ਪੀ ਲੈਂਦੇ ਉਹਦਾ। ਉਹਦੀ ਜ਼ਮੀਨ ਦੀ ਕੁਰਕੀ ਤੱਕ ਨੂੰ ਜਾਂਦੇ ਆ, ਉਹਦੇ ਘਰ ਦੇ ਬਾਹਰ ਨੋਟਿਸ ਚਪਕਾ ਦਿੰਦੇ ਆ, ਉਹਦਾ ਜਿਉਣਾ ਦੁੱਭਰ ਕਰ ਦਿੰਦੇ ਆ। ਬੰਦਾ ਕਈ ਵਾਰੀ ਗਲ ਦੇ ਵਿੱਚ ਰੱਸਾ ਪਾ ਕੇ ਫਾਹਾ ਲੈਂਦਾ ਤੇ ਕਈ ਵਾਰੀ ਦਵਾਈ ਪੀ ਜਾਂਦਾ। ਪਰ ਇੱਥੇ ਵੀ 56 ਕਰੋੜ ਦਾ ਮਾਮਲਾ ਤੇ ਬੈਂਕ ਦੀ ਇੰਨੀ ਮਿਹਰ ਭਰੀ ਨਜ਼ਰ ਕਿਵੇਂ ਹੋ ਗਈ। ਹੁਣ ਬੈਂਕ ਨੇ ਇਹ ਸਫਾਈ ਦਿੱਤੀ ਆ। ਉਹ ਕਹਿੰਦੇ ਜੀ ਕਿ ਸਨੀ ਦਿਓਲ ਨੇ ਸਾਡੇ ਨਾਲ ਆਪ ਜਾਂ ਉਸ ਧਿਰ ਨੇ ਆਪ ਸੰਪਰਕ ਕੀਤਾ ਵੀ ਭਾਈ ਮੈਂ ਤੁਹਾਡਾ ਇਹ ਕਰਜ਼ਾ ਵਾਪਸ ਕਰਨ ਨੂੰ ਤਿਆਰ ਆ। ਸੋ ਭਾਈ ਹੁਣ ਤੱਕ ਤਾਂ ਨਹੀਂ ਸੀ ਇਦਾਂ ਦੀ ਗੱਲ, ਪਰ ਹੁਣ ਇਦਾਂ ਦੀ ਗੱਲ ਸਾਹਮਣੇ ਆ ਗਈ ਆ। ਉਹਦੇ ਪਿਛਲੀਆਂ ਗੱਲਾਂ ਕਿਹੜੀਆਂ ਇਹ ਰੱਬ ਜਾਣਦਾ, ਪਰ ਲੋਕਾਂ ਦੇ ਮਨ ਦੇ ਵਿੱਚ ਸਵਾਲ ਇੱਕੋ ਹੀ ਆ ਵੀ ਜੇਕਰ ਸਨੀ ਦਿਓਲ ਨਾ ਹੁੰਦਾ BJP ਦਾ ਸੰਸਦ ਮੈਂਬਰ ਤਾਂ ਵੀ ਬੈਂਕ ਨੇ ਇੰਨੀ ਰਿਆਇਤ ਕਰਨੀ ਸੀ ਜਾਂ ਫਿਰ ਨਹੀਂ। जी बिल्कुल सही किया तुसीं टैणा साहब। खैर अगे बढ़ते आप। कल भी साडे वाला रेडियो के उपर एक खबर साझी की थी कि नवजोत सिंह सिद्धू होरां नूं कांग्रेस वर्किंग कमेटी दे विच जगह नहीं मिली और हुण ये जगह ना मिलण दा करके बहुत ज्यादा चर्चा दे विच जी नवजोत सिद्धू होरां दा नाम। गल ये भी चर्चा दे विच इस करके आ क्योंकि आस इस गल दी सी कि एतकी कांग्रेस कमेटी दे विच थां मिल जानी है। वैसे तो चलो कांग्रेस वर्किंग कमेटी दे विच थां नहीं मिली तां भी वो हाल दी घड़ी तां कांग्रेसी ही है, पर ਉਹਨੂੰ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਥਾਂ ਨਹੀਂ ਮਿਲੀ ਤਾਂ ਫਿਰ ਸਿੱਧੂ ਦੇ ਸਮਰਥਕ ਇਸ ਗੱਲੋਂ ਨਿਰਾਸ਼ਾ ਦੇ ਵਿੱਚ ਆ ਵੀ ਸਿੱਧੂ ਸਾਹਿਬ ਦੇ ਕੋਲੇ ਪ੍ਰੈਜ਼ੈਂਟ ਸਮੇਂ ਦੇ ਵਿੱਚ ਵਰਤਮਾਨ ਦੇ ਵਿੱਚ ਕੋਈ ਅਹੁਦਾ ਹੈ ਹੀ ਨਹੀਂ। ਉਹ ਸਾਬਕਾ ਪ੍ਰਧਾਨ ਆ, ਸਾਬਕਾ MLA ਆ, ਸਾਬਕਾ ਮੰਤਰੀ ਆ, ਸਾਬਕਾ ਲੋਕ ਸਭਾ ਮੈਂਬਰ ਆ, ਪ੍ਰੈਜ਼ੈਂਟ ਦੇ ਵਿੱਚ ਕੀ ਆ। ਸੋ ਉਹਨਾਂ ਨੂੰ ਕੋਈ ਰੁਤਬਾ ਕਿਉਂ ਨਹੀਂ ਦਿੱਤਾ ਜਾਂਦਾਗਾ ਵੀ ਉਹ ਇੰਨੇ ਵੱਡੇ ਬੁਲਾਰੇ ਆ। ਉਹਨਾਂ ਦੇ ਸਮਰਥਕ ਇਹ ਗੱਲ ਕਹਿੰਦੇ ਆ, ਉਹ ਡੈਡੀਕੇਟਡ ਆ ਪਾਰਟੀ ਦੇ ਲਈ, ਸਮਰਥਕ ਇਹ ਗੱਲ ਕਹਿੰਦੇ ਆ।
ਹੁਣ ਕਈ ਲੋਕ ਕਹਿੰਦੇ ਵੀ ਸਿੱਧੂ ਸਾਹਿਬ ਹਾਰ ਗਏ, ਸ਼ਾਇਦ ਇਸ ਕਰਕੇ ਨਹੀਂ ਉਹਨਾਂ ਨੂੰ ਥਾਂ ਮਿਲੀ। ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਥਾਂ ਮਿਲੀ, ਉਹ ਤਾਂ 2 ਥਾਵਾਂ ਤੋਂ ਹਾਰੇ ਆ। ਉਹ ਭਦੌੜ ਤੋਂ ਵੀ ਹਾਰੇ ਆ, ਚਮਕੌਰ ਸਾਹਿਬ ਤੋਂ ਵੀ ਹਾਰੇ ਆ। ਸੋ ਸਿੱਧੂ ਸਾਹਿਬ ਨੂੰ ਇਸ ਮੋੜ ਦੇ ਉੱਤੇ ਆ ਕੇ CWC, ਜਿਹਨੂੰ ਅਸੀਂ ਕਾਂਗਰਸ ਵਰਕਿੰਗ ਕਮੇਟੀ ਕਹਿੰਦੇ ਆ, ਉਹਦੇ ਵਿੱਚ ਥਾਂ ਨਾ ਮਿਲਣਾ, ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਨ ਵਾਲੀ ਗੱਲ ਆ। ਹੁਣ ਉਸ ਤੋਂ ਅਗਲੀ ਗੱਲ ਕਰ ਲਈਏ। ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ, ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ, ਸ਼ਾਇਦ ਹੋ ਸਕਦਾ ਵੀ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਕੋਈ ਹੋਰ ਵੱਡਾ ਰੁਤਬਾ ਦੇਣ ਬਾਰੇ ਸੋਚੀ ਹੋਵੇ ਗੱਲ, ਕਿਉਂਕਿ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਅੰਡਰਸਟੈਂਡਿੰਗ ਬਹੁਤ ਚੰਗੀ ਆ। ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਸਿੱਧੂ ਸਾਹਿਬ ਇਸ ਵੇਲੇ ਆਪਦੇ ਪਰਿਵਾਰਕ ਮਸਲੇ ਦੇ ਵਿੱਚ ਬਿਜ਼ੀ ਆ, ਕਿਉਂਕਿ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਕੈਂਸਰ ਤੋਂ ਪੀੜਤ ਆ। ਉਹ ਆਪਣਾ ਇਲਾਜ ਕਰਵਾ ਰਹੇ ਆ। ਸਿੱਧੂ ਸਾਹਿਬ ਉਹਨਾਂ ਦੀ ਜਿਹੜੀ ਆ ਉਹ ਸੇਵਾ ਦੇ ਵਿੱਚ ਜਾਂ ਉਹਨਾਂ ਦੇ ਇਲਾਜ ਦੇ ਵਿੱਚ ਵੀ ਬਿਜ਼ੀ ਹੈਗੇ ਆ। ਸੋ ਸਮਾਂ ਦੱਸੂਗਾ ਬਣਦਾ ਕੀ ਆ। ਪਰ ਸਿੱਧੂ ਦੇ ਸਮਰਥਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਆ ਵੀ ਯਾਰ ਕਸੂਰ ਕੀ ਆ। ਜਦੋਂ ਚਿੱਤ ਕਰਦਾ ਬੰਦੇ ਨੂੰ ਕਹਿੰਦੇ ਨੇ ਛੱਤੀਸਗੜ੍ਹ ਦੇ ਵਿੱਚ ਪ੍ਰਚਾਰ ਕਰੂਗਾ, ਉੱਦਾਂ ਇੱਥੇ ਪੁੱਛਦੇ ਨਹੀਂ। ਜਦੋਂ ਚਿੱਤ ਕਰਦਾ ਕਹਿੰਦੇ ਨੇ ਜੀ ਮੱਧ ਪ੍ਰਦੇਸ਼ 'ਚ ਪ੍ਰਚਾਰ ਕਰੂਗਾ, ਉੱਦਾਂ ਇੱਥੇ ਪੁੱਛਦੇ ਨਹੀਂ। ਸੋ ਸਿੱਧੂ ਸਾਹਿਬ ਨੂੰ ਪਰੇ ਕਰਨਾ ਇੱਕ ਤਾਂ ਇਹ ਸਵਾਲ ਆ ਬਹੁਤ ਵੱਡਾ। ਪਰ ਦੂਜੀ ਗੱਲ ਇਹ ਵੀ ਚੰਨੀ ਸਾਹਿਬ ਨੂੰ ਕਿਉਂ ਵਿੱਚ ਲਿਆ। ਮੇਰਾ ਖਿਆਲ ਆ ਵੀ ਚੰਨੀ ਸਾਹਿਬ ਨੂੰ ਦਲਿਤ ਭਾਈਚਾਰੇ ਦੀ ਵੋਟ ਕਰਕੇ ਲਿਆ। ਜਦੋਂ ਜਲੰਧਰ ਵਾਲੀ ਜ਼ਿਮਨੀ ਚੋਣ ਹੋਈ ਸੀ, ਭਾਵੇਂ ਕਿ ਉਹਦੇ ਵਿੱਚ ਕਾਂਗਰਸ ਹਾਰੀ ਆ, ਆਮ ਆਦਮੀ ਪਾਰਟੀ ਦੇ ਰਿੰਕੂ ਹੋਰੀ ਜਿੱਤੇ ਆ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬਣੇ ਵੀ 24 ਘੰਟੇ ਪਹਿਲਾਂ ਹੀ ਸੀ। ਪਰ ਗੱਲ ਇਹ ਆ ਵੀ ਚੰਨੀ ਹੋਰੀਆਂ ਜਿਹੜੇ ਉਹ ਬੱਲਾਂ ਵਾਲੇ ਸੰਤਾਂ ਦੇ ਕੋਲ ਵੀ ਚੰਗਾ ਪ੍ਰਭਾਵ ਰੱਖਦੇ ਆ। ਉੱਦਾਂ ਦਲਿਤ ਭਾਈਚਾਰੇ ਦੇ ਲਈ ਉਹ ਚੰਗੀ ਰਾਏ ਰੱਖਦੇ ਆ, ਚੰਗੀ ਉਹਨਾਂ ਦੇ ਵਿੱਚ ਪੈਂਠ ਰੱਖਦੇ ਆ। ਸ਼ਾਇਦ ਇਸ ਕਰਕੇ ਵੀ 2024 ਦੇ ਵਿੱਚ ਉਹਨਾਂ ਨੂੰ ਅੱਗੇ ਕਰਨ ਦੇ ਨਾਲ, ਹੁਣ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਲੈਣ ਦੇ ਨਾਲ ਕੋਈ ਫਾਇਦਾ ਹੋਊਗਾ। ਮੇਰਾ ਖਿਆਲ ਆ ਵੀ ਇਸ ਕਰਕੇ ਉਹਨਾਂ ਨੂੰ ਇਹ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਲਿਆ ਗਿਆ। ਤੇ ਬਾਕੀ ਜੀ ਇਸ ਕਮੇਟੀ ਦੇ ਵਿੱਚ ਆਪਾਂ ਗੱਲ ਕੀਤੀ ਸੀ, ਮਨੀਸ਼ ਤਿਵਾੜੀ ਵੀ ਹੈਗੇ ਆ, ਅੰਬਿਕਾ ਸੋਨੀ ਵੀ ਆ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਵੀ ਆ। ਮੈਂ ਅੰਬਿਕਾ ਸੋਨੀ ਹੋਰਾਂ ਦੇ ਉੱਤੇ ਕਦੇ ਕਦੇ ਹੈਰਾਨ ਵੀ ਹੁੰਦਾ ਵੀ ਪੰਜਾਬ ਦੇ ਵਿੱਚ ਜਦੋਂ ਵੀ ਦੇਖੀ ਅਸੀਂ ਅੰਬਿਕਾ ਸੋਨੀ ਦੀ ਗੈਰ ਸਰਗਰਮੀ ਦੇਖੀ ਆ। ਪਰ ਇਸ ਦੇ ਬਾਵਜੂਦ ਉਹ ਕਮੇਟੀ ਦੇ ਵਿੱਚ ਹੈਗੇ ਆ ਤੇ ਇਹ ਹਾਈਕਮਾਨ ਜਾਣਦੀ ਵੀ ਭਾਈ ਇਹਦੇ ਕਿਹੜੇ ਕਿਹੜੇ ਕਾਰਨ ਹੋਣਗੇ। ਜੀ ਬਿਲਕੁਲ ਟਾਣਾ ਸਾਹਿਬ, ਬਾਕੀ ਸਮਾਂ ਬਿਆਨ ਕਰ ਦੂਗਾ ਸਾਰਾ ਕੁਝ। ਉਧਰ ਸੁਖਬੀਰ ਹੋਰਾਂ ਦੀ ਗੁੰਮਸ਼ੁਦਗੀ ਦੇ ਕਹਿੰਦੇ ਪੋਸਟਰ ਲੱਗ ਗਏ ਨੇ। ਬਿਲਕੁਲ ਜੀ ਬਿਲਕੁਲ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਆ ਫਿਰੋਜ਼ਪੁਰ ਦੇ ਵਿੱਚ। ਉਹ ਤਾਂ ਕਰਕੇ ਲੱਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਲੱਭਦੇ ਨਹੀਂ। ਉਹਨਾਂ ਦੇ ਹਲਕੇ ਦੇ ਲੋਕਾਂ ਨੇ ਇਹ ਲਾਏ ਆ ਜਾਂ ਕਿਸੇ ਵਿਰੋਧੀ ਨੇ ਸ਼ਰੀਕ ਨੇ ਲਾਤੇ, ਇਹਦੇ ਬਾਰੇ ਆਪਾਂ ਨੂੰ ਕੁਝ ਪਤਾ ਨਹੀਂਗਾ। ਪਰ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਪੋਸਟਰ ਲੱਗੇ ਆ ਨਾ, ਇਹੋ ਜਿਹੇ ਪੋਸਟਰ ਸਨੀ ਦਿਓਲ ਦੇ ਵੀ ਲੱਗਦੇ ਹੁੰਦੇ ਆ। ਇਹੋ ਜਿਹੇ ਪੋਸਟਰ ਕਈ ਵਿਧਾਇਕਾਂ ਦੇ ਵੀ ਲੱਗਦੇ ਹੁੰਦੇ ਆ। ਉਹ ਕਦੇ ਕਦੇ ਕੋਈ ਕਿਤੇ ਤੱਕਰ ਦਾ ਸ਼ਰੀਕ ਲਾ ਜਾਂਦਾ ਹੁੰਦਾ, ਕਦੇ ਕਦੇ ਤਪੇ ਹੋਏ ਲੋਕ ਵੀ ਲਾਉਂਦੇ ਹੁੰਦੇ ਆ। ਪਰ ਉਸ ਤੋਂ ਅਗਲੀ ਗੱਲ ਇਹ ਵੀ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਫਿਰੋਜ਼ਪੁਰ ਦੇ ਵਿੱਚ ਗਏ ਵੀ ਸੀਗੇ। ਉਹਨਾਂ ਦੇ ਵੱਲੋਂ ਹੜ੍ਹ ਪੀੜਤ ਖੇਤਰਾਂ ਦਾ ਜਾਇਜ਼ਾ ਵੀ ਲਿਆ ਗਿਆ। ਉਹਨਾਂ ਨੇ ਪੀੜਤ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਆ। ਉਹਨਾਂ ਨੂੰ ਇਹ ਵੀ ਗੱਲ ਕਹੀ ਆ ਵੀ ਅਸੀਂ ਤੁਹਾਨੂੰ ਕਿਸ਼ਤੀਆਂ ਲੈ ਦਿੰਦੇ ਹਾਂ 5-4 ਦਿਨਾਂ ਦੇ ਵਿੱਚ, ਅਸੀਂ ਤੁਹਾਨੂੰ ਤੰਬੂਆਂ ਦਾ ਪ੍ਰਬੰਧ ਕਰ ਦਿੰਦੇ ਹਾਂ। ਉਹ ਕਹਿੰਦੇ ਜੀ ਸਰਕਾਰ ਬਦਲ ਗਈ ਆ, ਇਸ ਕਰਕੇ ਡਿੱਕੇ ਵੱਧ ਆ ਰਹੇ, ਨਹੀਂ ਤਾਂ ਆਪਾਂ ਤਾਂ ਹੁਣ ਤੱਕ ਇਹ ਕੰਮ ਕਰ ਦਿੰਦੇ ਹੁੰਦੇ ਆ। ਉਹਨਾਂ ਨੇ ਆਹ ਸਾਰੀਆਂ ਗੱਲਾਂ ਕਹੀਆਂ। ਪਰ ਉਸ ਤੋਂ ਅਗਲੀ ਗੱਲ ਇਹ ਵੀ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਸੀ, ਉਹਦੇ ਵਿੱਚ ਇਹ ਲਿਖਿਆ ਸੀਗਾ ਵੀ ਸਾਡੇ ਹਲਕੇ ਦੇ MP ਸੁਖਬੀਰ ਸਿੰਘ ਬਾਦਲ ਤੇ ਗਾਇਬ ਨੇ ਤੇ ਇਹਨਾਂ ਨੂੰ ਲੱਭਣ ਵਾਲੇ ਨੂੰ ਤੇ ਉਚਿਤ ਇਨਾਮ ਦਿੱਤਾ ਜਾਊਗਾ। ਸੋ ਇਸ ਤਰੀਕੇ ਦੇ ਨਾਲ ਆ। ਚਲੋ ਗੱਲ ਇਹ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੋਸਟਰ ਵਾਰ ਤਾਂ ਚੱਲਦੀ ਰਹਿੰਦੀ ਆ। ਕੋਈ ਕਿਸੇ ਬਾਰੇ ਪੋਸਟਰ ਲਾ ਜਾਂਦਾ। ਅੱਜ ਕੱਲ੍ਹ ਤਾਂ ਵੈਸੇ ਵੀ ਦੌਰ ਐਸਾ ਚੱਲਦਾ ਵੀ ਤੁਰੇ ਜਾਂਦੇ ਰਾਤ ਅੱਧੀ ਕੁ ਰਾਤ ਨੂੰ ਕਿਸੇ ਦੀ ਕੰਧ ਤੇ ਕੁਛ ਲਿਖ ਜਾਂਦੇ ਆ, ਕਿਸੇ ਦੇ ਬੂਹੇ ਤੇ ਕੁਛ ਲਿਖ ਜਾਂਦੇ ਆ ਤੇ ਫਿਰ ਕਹਿ ਦਿੰਦੇ ਵੀ ਅਸੀਂ ਬਹੁਤ ਕੋਈ ਤਕੜਾ ਮਾਰਕਾ ਮਾਰਨ ਲੱਗੇ ਆ। ਪਰ ਗੱਲ ਇਹ ਵੀ ਚਲੋ ਸੁਖਬੀਰ ਸਿੰਘ ਬਾਦਲ ਹੋਰੀ ਕੱਲ ਆਪਣੇ ਹਲਕੇ ਦੇ ਵਿੱਚ ਗਏ ਆ, ਬਾਕੀ ਵੀ ਜਾਣ, ਇਹ ਵੀ ਵਾਰ-ਵਾਰ ਜਾਣ, ਲੋਕਾਂ ਦੀ ਮਦਦ ਕਰਨ, ਨਿੱਠ ਕੇ ਮਦਦ ਕਰਨ, ਇੱਕ ਦੂਜੇ ਦੇ ਮੂੰਹ ਦੇ ਵੱਲ ਨਾ ਦੇਖੀ ਜਾਣ ਤੇ ਇੱਕ ਦੂਜੇ ਨੂੰ ਮਿਹਣੇ ਹੀ ਜਾਰੀ ਨਾ ਕਰਨ, ਕੰਮ ਕਰਕੇ ਦਿਖਾਉਣ, ਬਸ ਇੰਨੀ ਗੱਲ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਤੇ ਆਪਾਂ ਅੱਗੇ ਵੀ ਖਬਰ ਸਾਂਝੀ ਕੀਤੀ ਸੀ ਕਿ ਹਰਜੋਤ ਸਿੰਘ ਬੈਂਸ ਜਿਹੜੇ ਕਿ ਹਰ ਪੀੜਤਾਂ ਦੀ ਸਾਰ ਲੈਣ ਦੇ ਲਈ ਗਏ, ਪਰ ਉਹਨਾਂ ਦੇ ਪੈਰ ਤੇ ਸੱਪ ਨੇ ਡੰਗ ਲਿਆ ਸੀ। ਕਹਿੰਦੇ ਇਸ ਮੁੱਦੇ ਦੇ ਉੱਪਰ ਵੀ ਹੁਣ ਰਾਜਨੀਤੀ ਹੋਣ ਲੱਗ ਗਈ ਹੈ ਜੀ। ਹਾਂ ਬਿਲਕੁਲ ਜੀ, ਇਹ ਸਾਡੇ ਤਾਂ ਦੇਸ਼ ਦੀ ਬਦਕਿਸਮਤੀ ਹੈ ਨਾ ਇਸ ਮਾਮਲੇ ਦੇ ਵਿੱਚ ਕਿ ਭਾਈ ਪੰਜਾਬ ਦੀ ਤਾਂ ਚਲੋ ਹੈ ਹੀ ਵੀ ਭਾਈ ਮੁੱਦਾ ਕੋਈ ਵੀ ਹੋਵੇ ਤੇ ਆਪਾਂ ਤਾਂ ਉਹਦਾ ਮਜਮਾ ਬਣਾ ਕੇ ਬਹਿ ਜਾਂਦੇ ਹਾਂ ਵੀ ਭਾਈ ਆਹ ਦੇਖੋ ਜੀ ਤੁਸੀਂ ਇਹਨੂੰ ਏਦਾਂ ਹੋ ਗਿਆ, ਫਲਾਣੇ ਨੂੰ ਏਦਾਂ ਹੋ ਗਿਆ, ਇਹਨੂੰ ਆਹ ਨਹੀਂ ਸੀ ਚਾਹੀਦਾ, ਉਹਦੇ ਸੱਪ ਲੜ ਗਿਆ, ਉਹਨੂੰ ਜ਼ਹਿਰ ਚੜ ਗਿਆ। ਸਾਡੇ ਤਾਂ ਰਾਜਨੀਤੀ ਦੇ ਵਿੱਚ ਹੈ ਹੀ ਆਹ ਕੁਛ ਡਰਾਮਾ ਹੀ ਹੈ, ਹੋਰ ਤਾਂ ਕੁਛ ਹੈ ਨਹੀਂਗਾ। ਸੋ ਜਿਹੜਾ ਹਰਜੋਤ ਸਿੰਘ ਬੈਂਸ ਹੋਰਾਂ ਦੇ ਪੈਰ ਦੇ ਉੱਤੇ ਸੱਪ ਲੜਿਆ, ਜਿਹਦੇ ਬਾਰੇ ਉਹਨਾਂ ਨੇ ਖੁਦ ਹੀ ਜਾਣਕਾਰੀ ਦਿੱਤੀ ਤੇ ਇਸ ਗੱਲ ਦੇ ਉੱਤੇ ਵੀ ਕਈਆਂ ਦੇ ਚਟਕਾਰੇ ਲਏ ਆ। ਕਿਸੇ ਨੇ ਇਹ ਗੱਲ ਕਹੀ ਜੀ ਸੱਪ ਆਪਦਾ ਜ਼ਹਿਰ ਵਾਪਸ ਲੈਣ ਆਇਆ ਸੀ, ਕਿਸੇ ਨੇ ਇਹ ਗੱਲ ਕਹੀ ਜੀ ਸੱਪ ਤਾਂ ਚੈੱਕ ਕਰਨ ਆਇਆ ਸੀ ਵੀ ਤੁਸੀਂ ਕੰਮ ਕਰਦੇ ਕਿ ਨਹੀਂ, ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ ਲਿਖਿਆ। ਪਰ ਹਰਜੋਤ ਸਿੰਘ ਬੈਂਸ ਹੋਰੀ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਬਾਕੀ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਅਸੀਂ ਇਹਦੀ ਕਾਮਨਾ ਕਰਦੇ ਹਾਂ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ
ਹੁਣ ਸੁਨੀਲ ਜਾਖੜ ਸਾਹਿਬ ਨੇ ਟਿੱਪਣੀ ਕੀਤੀ ਆ, ਇਹ ਵੀ ਥੋੜੀ ਜਿਹੀ ਹੈਰਾਨ ਕਰਦੀ ਆ। ਸੁਨੀਲ ਜਾਖੜ ਸਾਹਿਬ ਨੇ ਇਹ ਲਿਖਿਆ ਟਿੱਪਣੀ ਕਰਕੇ, ਉਹ ਕਹਿੰਦੇ ਵੀ ਅਸਲ ਦੇ ਵਿੱਚ ਸੱਪ ਤੇ ਸੀੜੀ ਦੀ ਖੇਡ ਆ ਇਹ। ਮਤਲਬ ਜਿਹੜੀ ਆਪਾਂ ਨਿੱਕੇ ਹੁੰਦੇ ਖੇਡਾਂ ਨਹੀਂ ਖੇਡਦੇ ਹੁੰਦੇ ਸੀ, ਸੱਪ ਤੇ ਪੌੜੀ ਵਾਲੀ, ਵੀ ਇਹ ਰਾਜਨੀਤੀ ਸੱਪ ਤੇ ਸੀੜੀ ਦੀ ਖੇਡ ਆ। ਤੁਸੀਂ ਤੰਦਰੁਸਤ ਹੋ ਰਹੇ ਆ ਬੈਂਸ ਸਾਹਿਬ, ਬਹੁਤ ਵਧੀਆ ਗੱਲ ਆ, ਮੁਬਾਰਕਬਾਦ ਤੁਹਾਡੀ ਤੰਦਰੁਸਤੀ ਦੇ ਲਈ। ਪਰ ਉਹਨਾਂ ਨੇ ਕਿਹਾ ਜੀ ਕਿ ਰਾਜਨੀਤੀ ਦੇ ਵਿੱਚ ਕੌਣ ਸੱਪ ਬਣ ਜੇ ਤੇ ਕੌਣ ਪੌੜੀ ਤੋਂ ਧੜਮ ਕਰਕੇ ਡਿੱਗ ਪਏ, ਇਹਦੇ ਬਾਰੇ ਕਦੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਬਚ ਕੇ ਮੋੜ ਤੋਂ ਉਹਨਾਂ ਨੇ ਇਹ ਗੱਲ ਕਹੀ ਆ। ਸੋ ਉਹਨਾਂ ਨੇ ਕਹਿ ਦਈਏ ਵੀ ਇੱਕ ਤਨਜ਼ ਵੀ ਕਸੀ ਆ, ਇੱਕ ਟੀਚਰ ਵੀ ਕੀਤੀ ਆ। ਉਹਨਾਂ ਨੇ ਆਪਣੇ ਵੱਲੋਂ ਜਿਹੜਾ ਕੁਝ ਸ਼ਰੀਕਾ ਭਾਈਚਾਰਾ ਕਰਦਾ ਹੁੰਦਾ ਉਸ ਰੂਪ ਦੇ ਵਿੱਚ ਹੀ ਕੀਤਾ ਜੀ। ਜੀ ਬਿਲਕੁਲ ਸਹੀ। ਅੱਗੇ ਵਧਦੇ ਹਾਂ ਜੀ, ਪੰਜਾਬ ਦੇ ਹੜ੍ਹਾਂ ਦੀ ਹੀ ਗੱਲ ਕਰ ਲੈਂਦੇ ਆ। ਕਹਿੰਦੇ ਕਿ ਖਤਰਾ ਜਿਹੜਾ ਹਾਲੇ ਹੋਰ ਜ਼ਿਆਦਾ ਵੱਧ ਸਕਦਾ ਆਉਂਦੇ ਦਿਨਾਂ ਦੇ ਵਿੱਚ। ਬਿਲਕੁਲ ਜੀ, ਉਹਦਾ ਕਾਰਨ ਇਹ ਹੈਗਾ ਕਿ ਨਾ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਹੈ, ਮੈਂ ਕੱਲ ਇੱਕ ਰਿਪੋਰਟ ਦੇਖੀ ਸੀ, ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਪੰਜਾਬ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਮੀਂਹ ਪੈ ਸਕਦਾ ਤੇ ਬੇਹੱਦ ਮੀਂਹ ਪੈ ਸਕਦਾ 3 ਦਿਨ ਦੇ ਲਈ। ਤੇ ਜੇਕਰ ਭਾਈ ਏਦਾਂ ਮੀਂਹ ਪੈ ਜਾਂਦਾ, ਮੰਨ ਲਓ ਹਿਮਾਚਲ ਦੇ ਵਿੱਚ ਹੀ ਪੈਂਦਾ, ਪੰਜਾਬ 'ਚ ਨਹੀਂ ਪੈਂਦਾ, ਤੇ ਤਾਂ ਵੀ ਪੰਜਾਬ ਦਾ ਨੁਕਸਾਨ ਆ, ਕਿਉਂਕਿ ਭਾਖੜਾ ਡੈਮ ਤੇ ਪੌਂਗ ਡੈਮ ਦੇ ਬੂਹੇ ਫੇਰ ਖੁੱਲ੍ਹਣੇ ਪੈ ਸਕਦੇ ਆ। ਤੇ ਜੇ ਪੰਜਾਬ ਦੇ ਵਿੱਚ ਹੀ ਪੈਂਦਾ ਬਹੁਤ ਜ਼ਿਆਦਾ ਮੀਂਹ ਤਾਂ ਫੇਰ ਵੀ ਨੁਕਸਾਨ ਆ। ਆਪਾਂ ਇਹ ਵੀ ਜਾਣਦੇ ਵੀ ਪੰਜਾਬ ਦੇ ਵਿੱਚ ਤਾਂ ਪਹਿਲਾਂ ਬੜਾ ਨੁਕਸਾਨ ਹੋਇਆ। ਸੋ ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਕੱਲ ਕਿ ਆਉਂਦੇ 3 ਦਿਨ ਯਾਨੀ ਕਿ 24 ਤਰੀਕ ਤੱਕ ਪੰਜਾਬ ਦੇ ਵਿੱਚ ਬੇਹੱਦ ਮੀਂਹ ਪੈ ਸਕਦਾ, ਹਿਮਾਚਲ 'ਚ ਬਹੁਤ ਮੀਂਹ ਪੈ ਸਕਦਾ ਤੇ ਬਾਕੀ ਸਮਾਂ ਦੱਸੂਗਾ। ਉੱਦਾਂ ਜਿਹੜਾ ਪਹਿਲਾਂ ਹੜ੍ਹ ਆਇਆ, ਜਿਹੜਾ ਕਿ ਜਿਹੜੇ ਫਲੱਡ ਗੇਟ ਖੋਲ੍ਹਣ ਦੇ ਕਰਕੇ ਹੜ੍ਹ ਆਇਆ ਕਈ ਥਾਵਾਂ ਦੇ ਉੱਤੇ, ਉਹ ਪਾਣੀ ਹੁਣ ਹੌਲੀ ਹੌਲੀ ਘਟਣਾ ਸ਼ੁਰੂ ਹੋਇਆ। ਪਾਣੀ ਹੁਣ ਥੋੜ੍ਹਾ ਥੋੜ੍ਹਾ ਘਟਣਾ ਸ਼ੁਰੂ ਹੋ ਗਿਆ। ਚਲੋ ਇਹ ਚੰਗੀ ਗੱਲ ਹੈ ਜੀ, ਪਾਣੀ ਘਟਣਾ ਹੀ ਚਾਹੀਦਾ, ਪਾਣੀ ਮੁੱਕ ਜਾਣਾ ਚਾਹੀਦਾ। ਜਿਹੜਾ ਇਹ ਲੋਕਾਂ ਨੂੰ ਤਪਾਉਣ ਵਾਲਾ ਧਰਤੀ ਹੇਠਲਾ ਵਧਣਾ ਚਾਹੀਦਾ, ਤੇ ਜਿਹੜਾ ਇਸ ਵੇਲੇ ਜ਼ਿੰਦਗੀ ਨੂੰ ਫਸਲਾਂ ਨੂੰ ਖਤਰਾ ਪੈਦਾ ਕਰਦਾ ਤੇ ਇਹ ਘਟਣਾ ਚਾਹੀਦਾ। ਸੋ ਬਾਕੀ ਦੇਖਦੇ ਹਾਂ ਜੀ ਕੀ ਬਣਦਾ। ਪਰ ਐਤਕੀ ਨੁਕਸਾਨ ਬਹੁਤ ਹੋ ਗਿਆ। ਫਿਰ ਜਦੋਂ ਦੋਹਰੀ ਵਾਰ ਮਹੀਨੇ ਦੇ ਵਿੱਚ ਦੋਹਰੀ ਵਾਰ ਹੜ੍ਹ ਦਾ ਆਉਣਾ ਤੇ ਲਗਾਤਾਰ ਆਪਾਂ ਜਾਣਦੇ ਜੀ ਕਿ ਕਦੇ ਕੋਈ ਸਮੱਸਿਆ ਕਦੇ ਕੋਈ ਸਮੱਸਿਆ, ਕਈ ਲੋਕਾਂ ਦੀ ਐਤਕੀ ਫੇਰ ਮੌਤ ਹੋ ਗਈ ਆ, ਐਤਕੀ ਫੇਰ ਸੈਂਕੜੇ ਪਸ਼ੂ ਮਰ ਗਏ ਆ, ਐਤਕੀ ਫੇਰ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ ਆ, ਕਈਆਂ ਦੇ ਘਰ ਢਹਿ ਗਏ ਆ। ਸੋ ਇਸ ਕਰਕੇ ਦਿੱਕਤ ਦੇ ਵਿੱਚ ਤਾਂ ਐਤਕੀ ਵੀ ਬਹੁਤ ਵਾਧਾ ਹੋਇਆ। ਪਰ ਬਾਕੀ ਦੇਖਦੇ ਹਾਂ ਜੀ ਇਸ ਨੁਕਸਾਨ ਦੀ ਭਰਪਾਈ ਸਰਕਾਰ ਕਦੋਂ ਤੇ ਕਿੰਨੀ ਕੁ ਕਰਦੀ ਹੈ। ਜੀ ਬਿਲਕੁਲ ਸਹੀ ਟਾਣਾ ਸਾਹਿਬ। ਅੱਗੇ ਵਧਦੇ ਹਾਂ ਜੀ, ਹੁਣ ਗੱਲ ਕਰਦੇ ਹਾਂ ਆਪਾਂ ਏਅਰ ਇੰਡੀਆ ਦੀ। ਇੱਕ ਵਾਰ ਫਿਰ ਤੋਂ ਜਹਾਜ਼ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਕਹਿੰਦੇ ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਅਫਵਾਹ ਫੈਲਾ ਦਿੱਤੀ ਗਈ ਜੀ। ਬਿਲਕੁਲ ਜੀ ਬਿਲਕੁਲ, ਇਹ ਬੜੇ ਦੁੱਖ ਦੀ ਗੱਲ ਵੀ ਹੈ ਤੇ ਹੈਰਾਨੀ ਦੀ ਗੱਲ ਵੀ ਹੈ ਹਰਮਨ ਜੀ, ਕਿ ਸਾਡੇ ਵਿੱਚੋਂ ਕਈ ਇਲਤੀ ਨੇ ਨਾ ਜਿਹੜੇ ਉਹ ਇਹੋ ਜਿਹੀਆਂ ਕਰਤੂਤਾਂ ਕਰਨ ਤੋਂ ਬਾਅਦ ਨਹੀਂ ਆਉਂਦੇ। ਕਦੇ ਕੋਈ ਇਲਤ, ਕਦੇ ਕੋਈ ਕਿਤਿਤ, ਕਦੇ ਕੋਈ ਕਿਤਿਤ, ਕਦੇ ਕੋਈ ਕਿਤਿਤ। ਸਾਨੂੰ ਪਤਾ ਨਹੀਂ ਸੁੱਝਦਾ ਕਿਉਂ ਆ ਇਹ ਪੁੱਠੇ ਕਾਰੇ, ਸਾਨੂੰ ਸੁੱਝਦੇ ਹੀ ਕਿਉਂ ਆ। ਪਹਿਲੀ ਗੱਲ ਤਾਂ ਇਹ ਆ। ਹੁਣ ਇਹ ਪਤਾ ਲੱਗਾ ਵੀ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ, ਜਿਹੜਾ ਕਿ ਇੱਥੇ ਅੰਮ੍ਰਿਤਸਰ ਦੇ ਏਅਰਪੋਰਟ ਤੇ ਖੜਾ, ਉਹਦੀ ਟਾਇਲਟ ਸੀਟ ਨੂੰ ਜਦੋਂ ਸਾਫ਼ ਕਰਦੇ ਆ ਉਹਦੇ ਵਿੱਚੋਂ ਇੱਕ ਧਮਕੀ ਭਰਿਆ ਪੱਤਰ ਮਿਲਿਆ। ਅਸਲ ਦੇ ਵਿੱਚ ਇੰਗਲੈਂਡ ਤੋਂ ਬਰਮਿੰਗਮ ਤੋਂ ਇਹ ਫਲਾਈਟ ਆਈ ਆ। ਜਦੋਂ ਸਵਾਰੀਆਂ ਉਤਰ ਜਾਂਦੀਆਂ ਉਸ ਤੋਂ ਬਾਅਦ ਜਹਾਜ਼ ਦੀ ਕਲੀਨਿੰਗ ਦਾ ਕੰਮ ਚੱਲਦਾ। ਉਹਦੇ ਵਿੱਚ ਵੀ ਜੋ ਗੰਦ ਪਿਲ ਪਾ ਕੇ ਗਏ ਆ ਜਾਂ ਜੋ ਵੀ ਚੀਜ਼ਾਂ ਸਾਫ਼ ਸਫਾਈ ਵਾਲੀਆਂ ਉਹ ਕਰੀਆਂ ਜਾਂਦੀਆਂ ਅਗਲੀ ਉਡਾਣ ਤੋਂ ਪਹਿਲਾਂ। ਤੇ ਉੱਥੇ ਜਦੋਂ ਕਲੀਨਿੰਗ ਦਾ ਕੰਮ ਚੱਲਦਾ ਸੀਗਾ ਤਾਂ ਉਹਦੇ ਵਿੱਚ ਪਤਾ ਲੱਗਾ ਜੀ ਵਾਸ਼ਰੂਮ ਦੇ ਵਿੱਚੋਂ ਟਾਇਲਟ ਸੀਟ ਦੇ ਵੱਲੋਂ ਉੱਥੋਂ ਇੱਕ ਪੱਤਰ ਮਿਲਿਆ ਜਿਹਦੇ ਵਿੱਚ ਜਹਾਜ਼ ਨੂੰ ਉਡਾ ਦੇਣ ਦੀ ਧਮਕੀ ਸੀਗੀ। ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਜਿਹੜੇ ਸਾਰੇ ਕਰੂ ਮੈਂਬਰ ਤਰਬਕ ਗਏ ਆ। ਕਰੂ ਮੈਂਬਰਾਂ ਦੇ ਵੱਲੋਂ ਜਾਂ ਬਾਕੀ ਜਿਹੜੀ ਸਿਕਿਉਰਿਟੀ ਹੁੰਦੀ ਆ ਉਹਨਾਂ ਦੇ ਵੱਲੋਂ ਸਾਰਾ ਕੁਝ ਜਿਹੜਾ ਉਹ ਖਿੱਚ ਕੇ ਰੱਖਿਆ ਗਿਆ ਜੀ। ਉਹਨਾਂ ਨੇ ਪੂਰੀ ਮਿਹਨਤ ਕੀਤੀ ਆ ਵੀ ਕੱਲੀ ਚੀਜ਼, ਕੱਲੇ ਪਾਰਟ ਦੇ ਬਾਰੇ ਉਹਨਾਂ ਨੇ ਕੀਤਾ ਵੀ ਪਤਾ ਕੀਤਾ, ਕੱਲੀ ਚੀਜ਼ ਦੀ ਤਲਾਸ਼ੀ ਲਈ ਆ, ਪਰ ਉਹਦੇ ਵਿੱਚੋਂ ਕੁਝ ਮਿਲਿਆ ਨਹੀਂ। ਉਹਦੇ ਵਿੱਚੋਂ ਕੁਝ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਜਦੋਂ ਤਸੱਲੀ ਹੋ ਗਈ, ਸੰਤੁਸ਼ਟੀ ਹੋ ਗਈ, ਤੇ ਫਿਰ ਉਹ ਜਹਾਜ਼ ਵਾਪਸ ਇੰਗਲੈਂਡ ਦੇ ਵੱਲ ਉੱਡਿਆ। ਪਰ ਜਿਹਨੇ ਵੀ ਇਹ ਕਰਤੂਤ ਕੀਤੀ, ਹੁਣ ਦੇਖੋ ਜੇ ਜਹਾਜ਼ ਦੇ ਵਿੱਚ 300 ਮੁਸਾਫਰ ਹੋਵੇ ਉਦਾਹਰਨ ਦੇ ਤੌਰ ਤੇ 300 ਮੁਸਾਫਰ ਦੇ ਵਿੱਚ ਮੇਰੇ ਖਿਆਲ ਵੀ ਸਾਰੇ ਹੀ ਵਾਰ-ਵਾਰ ਵਾਸ਼ਰੂਮ ਜਾਂਦੇ ਆ। ਜਦੋਂ ਇੰਗਲੈਂਡ ਤੋਂ ਆਈ ਆ ਤੇ ਇੱਥੇ ਤੱਕ ਅੰਮ੍ਰਿਤਸਰ ਤੱਕ 10 ਘੰਟੇ ਤਾਂ ਲਾਏ ਹੀ ਹੋਣੇ ਨਾ ਫਲਾਈਟ ਨੇ। 10 ਘੰਟਿਆਂ ਦੇ ਵਿੱਚ ਸੈਂਕੜੇ ਬੰਦੇ ਵਾਰ-ਵਾਰ ਵਾਸ਼ਰੂਮ ਗਏ ਹੋਣੇ ਆ। ਹੁਣ ਕੀ ਪਤਾ ਪਹਿਲੇ ਨਹੀਂ ਆ ਲਿਖ ਕੇ ਰੱਖਤਾ ਜਾਂ ਆਖਰੀ ਨੇ ਲਿਖ ਕੇ ਰੱਖਤਾ, ਕਿਸੇ ਮਰਦ ਨੇ ਰੱਖਤਾ ਜਾਂ ਔਰਤ ਨੇ ਰੱਖਤਾ, ਤੇ ਉਦੋਂ ਤੱਕ ਸਾਰੀਆਂ ਸਵਾਰੀਆਂ ਉਤਰ ਗਈਆਂ। ਹੁਣ ਪੁੱਛੋਗੇ ਕਿਹਨੂੰ? ਪਰ ਕਿਸੇ ਇੱਕ ਬੰਦੇ ਦੀ ਬਦਤਮੀਜ਼ੀ ਦੇ ਕਰਕੇ, ਇੱਕ ਬੰਦੇ ਦੇ ਬਾਂਦਰਪੁਣੇ ਦੇ ਕਰਕੇ ਤੇ ਆਪਾਂ ਸਮਝ ਸਕਦੇ ਹਾਂ ਵੀ ਕਿੰਨੇ ਵੱਡੇ ਪੱਧਰ ਦੇ ਉੱਤੇ ਇਹ ਦਿੱਕਤ ਆਈ ਹੈ ਤੇ ਕਿੰਨੇ ਵੱਡੇ ਪੱਧਰ ਤੇ ਪਰੇਸ਼ਾਨੀ ਵਧੀ ਹੈ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ। ਉਧਰ ਕਹਿੰਦੇ ਆ ਕਿ ਧਰਨੇ ਤੋਂ ਪਹਿਲਾਂ ਹੀ ਕਿਸਾਨਾਂ ਦੀ ਫੜੋਫੜੀ ਸ਼ੁਰੂ ਹੋ ਗਈ ਜੀ। ਹਾਂ ਬਿਲਕੁਲ ਜੀ, ਧਰਨੇ ਤੋਂ ਪਹਿਲਾਂ ਹੀ ਕਿਸਾਨਾਂ ਦੀ ਫੜੋਫੜੀ ਸ਼ੁਰੂ ਹੋਈ ਤੇ ਜਿਹਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਨਾ ਨੁਕਸਾਨ ਹੋਇਆ। ਤੇ ਨੁਕਸਾਨ ਮੈਂ ਤਾਂ ਕਹਿਣਾ ਵੀ ਇੱਕ ਤਾਂ ਜ਼ਿੰਦਗੀ ਦਾ ਨੁਕਸਾਨ ਹੋ ਗਿਆ ਤੇ ਬਾਕੀ ਹੈ ਜਿਹੜਾ ਉਹ ਲੋਕਾਂ ਦਾ ਨੁਕਸਾਨ ਆ ਜਿਹੜਾ ਉਹ ਜਜ਼ਬਾਤ ਦਾ ਖਾਸ ਕਰਕੇ ਹੋਇਆ। ਕਿਉਂਕਿ ਇਹ ਧਰਨੇ ਤੋਂ ਧਰਨਾ ਵੈਸੇ ਅੱਜ ਲੱਗਣਾ,
ਇਹ ਧਰਨਾ ਕਿੰਨਾ ਕੁ ਸਫਲ ਹੁੰਦਾ, ਕੀ ਬਣਦਾ ਕੀ ਨਹੀਂ ਬਣਦਾ ਚੰਡੀਗੜ੍ਹ ਦੇ ਵਿੱਚ, ਇਹ ਤਾਂ ਪਤਾ ਲੱਗੂਗਾ ਕੱਲ੍ਹ ਨੂੰ ਆਪਾਂ ਸਾਂਝੀ ਕਰਾਂਗੇ ਗੱਲ। ਪਰ ਅੱਜ ਜਦੋਂ ਆਪਾਂ ਸਵੇਰ ਦੇ ਵੇਲੇ ਇਹਨਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਹਾਂ ਤਾਂ ਇਸ ਧਰਨੇ ਨੂੰ ਲਾਉਣ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਆ। ਪਰ ਇਹ ਕੱਲ੍ਹ ਤੋਂ ਤਿਆਰੀਆਂ ਜਾਰੀ ਆ। ਪਰ ਪੁਲਿਸ ਨੂੰ ਪਤਾ ਸੀ ਵੀ ਆਪਾਂ ਧਰਨਾ ਲੱਗਣ ਨਹੀਂ ਦੇਣਾਗਾ ਜਾਂ ਸਰਕਾਰ ਨੇ ਕਿਹਾ ਹੋਣਾ, ਤੇ ਪੁਲਿਸ ਨੇ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨਾ ਸ਼ੁਰੂ ਕਰਤਾ। ਇਸ ਗੱਲ ਤੇ ਭੜਕ ਗਏ ਕਿਸਾਨ ਤੇ ਉਹਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਉਹਨਾਂ ਨੇ ਕੀ ਕੀਤਾ ਜੀ ਕਿ ਉਹਨਾਂ ਨੇ ਧਰਨਾ ਲਾਤਾ ਇੱਕ ਥਾਂ ਤੇ ਉਸ ਤੋਂ ਬਾਅਦ ਪੁਲਿਸ ਨੇ ਲਾਠੀ ਚਾਰਜ ਕਰਤਾ। ਪਤਾ ਲੱਗਾ ਜੀ ਇਸ ਲਾਠੀ ਚਾਰਜ ਦੇ ਵਿੱਚ ਇੱਕ ਕਿਸਾਨ ਟਰੈਕਟਰ ਟਰਾਲੀ ਦੇ ਥੱਲੇ ਆਉਣ ਦੇ ਕਰਕੇ ਮੁੱਕ ਗਿਆ। ਜਦੋਂ ਹੁਣ ਭਗਦੜ ਮਚ ਗਈ ਤੇ ਉਹਦੀ ਮੌਤ ਹੋ ਗਈ ਆ। ਹੁਣ ਦੇਖੋ ਸਰਕਾਰ ਨੇ ਜਾਂ ਪੁਲਿਸ ਨੇ ਕਿਉਂ ਇਹ ਸਾਰਾ ਕੁਝ ਕੀਤਾ ਸੀ? ਉਹਨਾਂ ਨੇ ਤਾਂ ਕੀਤਾ ਹੋਣਾ ਵੀ ਭਾਈ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਦਬਾ ਲਈਏ, ਤੇ ਇੱਕ ਮੌਤ ਹੋਣ ਤੋਂ ਬਾਅਦ ਤੇ ਮਾਮਲਾ ਫੇਰ ਉਲਝ ਗਿਆ। ਸੋ ਮੈਨੂੰ ਲੱਗਦਾ ਜੀ ਕਿ ਇਹ ਸਰਕਾਰ ਦੇ ਵੱਲੋਂ ਗਲਤ ਫੈਸਲੇ ਕੀਤੇ ਜਾਂਦੇ ਆ। ਏਦਾਂ ਇਹਨਾਂ ਨੂੰ ਚਾਹੀਦਾ ਨਹੀਂ। ਜੋ ਕੁਝ ਇਹ ਕੀਤਾ ਜਾ ਰਿਹਾ ਇਹ ਬਹੁਤ ਹੀ ਗਲਤ ਗੱਲ ਆ। ਸਾਡੇ ਕਿਸਾਨ ਆ ਜਿਹੜੇ, ਉਹ ਜਦੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੀ ਅਸੀਂ ਉਦੋਂ ਵੀ ਕਹਿੰਦੇ ਸੀ ਵੀ ਭਾਈ ਇਹ ਤਾਂ ਕਿਸਾਨ ਜਿਹੜੇ ਆ ਅੰਨਦਾਤਾ, ਤੇ ਇਹਨਾਂ ਦੀ ਵੱਧ ਤੋਂ ਵੱਧ ਬਾਂਹ ਫੜਨੀ ਚਾਹੀਦੀ ਹੈ, ਇਹਨਾਂ ਨੂੰ ਤਪਾਉਣਾ ਨਹੀਂ ਚਾਹੀਦਾ। ਉਦੋਂ ਸੂਬੇ ਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹ ਇਹ ਗੱਲ ਕਹਿਣੀਆਂ ਹੁੰਦੀਆਂ ਸੀ ਵੀ ਭਾਈ ਤੁਸੀਂ ਏਦਾਂ ਜ਼ਿਆਦਤੀ ਕਿਉਂ ਕਰਦੇ ਹੋ, ਅੰਨਦਾਤੇ ਨਾਲ ਧੱਕਾ ਕਿਉਂ ਕਰਦੇ ਹੋ। ਤੇ ਅੱਜ ਪੰਜਾਬ ਦੇ ਵਿੱਚ ਉਹੀ ਗੱਲ ਚੱਲ ਰਹੀ ਹੈ। ਏਦਾਂ ਨਹੀਂ ਚਾਹੀਦਾ ਜਿੱਦਾਂ ਕਿ ਹੋ ਰਿਹਾ, ਪਰ ਦੁੱਖ ਹੁੰਦਾ, ਸ਼ਰਮ ਆਉਂਦੀ ਆ ਵੀ ਇੱਥੇ ਸਾਰਾ ਕੁਝ ਚੱਲ ਰਿਹਾ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ। ਗੁਰਮੀਤ ਰਾਮ ਰਹੀਮ ਡੇਰਾ ਮੁਖੀ ਕਹਿੰਦੇ ਵਾਪਸ ਜੇਲ੍ਹ 'ਚ ਪਹੁੰਚ ਗਏ ਜੀ। ਹਾਂ ਬਿਲਕੁਲ ਜੀ, ਗੁਰਮੀਤ ਰਾਮ ਰਹੀਮ ਨੇ ਆਪਣਾ 1 ਮਹੀਨਾ ਪੂਰਾ ਕੀਤਾ ਤੇ ਉਹ ਵਾਪਸ ਜੇਲ੍ਹ ਦੇ ਵਿੱਚ ਪਹੁੰਚ ਗਿਆ। ਪਰ ਐਤਕੀ ਨਾ ਗੁਰਮੀਤ ਰਾਮ ਰਹੀਮ ਦਾ ਬਾਹਰ ਆਉਣਾ ਹੈਰਾਨ ਕਰਕੇ ਨਹੀਂ ਗਿਆ। ਜਾਂ ਤਾਂ ਉਹਨੂੰ ਸਮਝ ਆ ਗਈ ਤੇ ਜਾਂ ਕੋਈ ਹੋਰ ਕਾਰਨ ਹੋਊਗਾ ਨਿੱਜੀ, ਜਿਹਦੇ ਬਾਰੇ ਆਪਾਂ ਕੁਝ ਜਾਣਦੇ ਨੇਗੇ। ਕਿਉਂਕਿ ਆਮ ਤੌਰ ਤੇ ਜਦੋਂ ਗੁਰਮੀਤ ਰਾਮ ਬਾਹਰ ਆਉਂਦਾ ਤਾਂ ਉਹ ਚਰਚਾ ਐ ਹੁੰਦੀ ਜਿਵੇਂ ਰਜਨੀਕਾਂਤ ਦੀ ਫਿਲਮ ਰਿਲੀਜ਼ ਹੋਣੀ ਹੁੰਦੀ ਤੇ ਉਹ ਘਰੋਂ ਬਾਹਰ ਆਇਆ ਹੁੰਦਾ। ਕਿਉਂਕਿ ਉਹਨੇ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਕਹੀ ਜਾਣੀ ਹੁੰਦੀ ਆ, ਕੋਈ ਨਾ ਕੋਈ ਭਸੂੜੀ ਨੂੰਵਾ ਗੱਲ ਆ ਜਿਹੜੀ ਗੁਰਮੀਤ ਰਾਮ ਰਹੀਮ ਕਰ ਹੀ ਜਾਂਦਾ ਹੁੰਦਾ। ਪਰ ਐਤਕੀ ਏਦਾਂ ਨਹੀਂ ਹੋਇਆ। ਗੁਰਮੀਤ ਰਾਮ ਰਹੀਮ 1 ਮਹੀਨਾ ਪੂਰਾ 30 ਦਿਨ ਰਿਹਾ ਜੀ ਯੂਪੀ ਦੇ ਬਰਨਾਵਾ ਆਸ਼ਰਮ ਦੇ ਵਿੱਚ। ਉਹ ਬਰਨਾਵਾ ਆਸ਼ਰਮ ਦੇ ਵਿੱਚ ਰਹਿ ਕੇ ਵਾਪਸ ਵੀ ਚਲਾ ਗਿਆ। ਉਹਨੇ ਐਤਕੀ 15 ਅਗਸਤ ਦੇ ਮੌਕੇ ਆਪਣਾ ਜਨਮ ਦਿਨ ਮਨਾਇਆ, ਜਿਵੇਂ ਕਿ ਹਰ ਵਾਰ ਹੀ ਹੁੰਦਾ ਉਹਦਾ 15 ਅਗਸਤ ਨੂੰ ਜਨਮ ਦਿਨ। ਤੇ ਐਤਕੀ ਉਹ ਜੇਲ੍ਹ ਦੇ ਵਿੱਚ ਜਦੋਂ ਤੋਂ ਉਹਨੂੰ ਗਿਆ ਉਸ ਤੋਂ ਬਾਅਦ ਪਹਿਲੀ ਵਾਰ ਉਹਨੇ ਬਾਹਰ ਆ ਕੇ ਜਨਮ ਦਿਨ ਮਨਾਇਆ। ਸੋ ਉਹਨੇ ਜਨਮ ਦਿਨ ਵੀ ਸਧਾਰਨ ਤਰੀਕੇ ਨਾਲ ਮਨਾਇਆ। ਉਹਨੇ ਆਪਦਾ ਆਨਲਾਈਨ ਜੋ ਸਤਸੰਗ ਕਰਨੀ ਸੀ ਉਹ ਕੀਤੀ। ਉਹਨੇ ਕੋਈ ਗਾਣੇ ਗੂਣੇ ਸ਼ੂਟ ਨਹੀਂ ਕੀਤੇ, ਕੋਈ ਛੰਗਣ ਮੰਗਣ ਨਹੀਂ ਕੀਤਾ, ਕੋਈ ਪੁੱਠੀ ਸਿੱਧੀ ਗੱਲ ਨਹੀਂ ਕੀਤੀ, ਕੋਈ ਬੰਬੀਹਾ ਨਹੀਂ ਬੁਲਾਇਆ। ਤੇ ਐਤਕੀ ਉਹ ਉਹਦੇ 30 ਦਿਨ ਪੂਰੇ ਕਰਕੇ ਤੇ ਵਾਪਸ ਜੇਲ੍ਹ ਦੇ ਵਿੱਚ ਚਲਾ ਗਿਆ। ਜਾਂ ਤਾਂ ਉਹਨੂੰ ਸਮਝਾਇਆ ਹੋਊਗਾ ਜੇਲ੍ਹ ਪ੍ਰਬੰਧਕਾਂ ਨੇ, ਜਾਂ ਉਹਨੂੰ ਸਰਕਾਰ ਦੇ ਵੱਲੋਂ ਸਮਝਾਇਆ ਗਿਆ, ਜਾਂ ਉਹਦੀ ਮੈਨੇਜਮੈਂਟ ਦੇ ਵੱਲੋਂ ਸਮਝਾਇਆ ਗਿਆ ਵੀ ਭਾਈ ਆਪਾਂ ਆਹ ਕੁਛ ਨਾ ਕਰਕੇ ਆਉਂਦੇ ਸਮੇਂ ਦੇ ਵਿੱਚ ਆਪਾਂ ਨੂੰ ਤਾਂ ਪੈਰੋਲ ਮਿਲਦੀ ਰਹੂਗੀ ਜੇਕਰ ਆਪਾਂ ਵਿਵਾਦ ਨਾ ਪੈਦਾ ਕਰਾਂਗੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਤਕੀ ਫੇਰ ਵਿਰੋਧ ਕੀਤਾ ਸੀ ਵੀ ਇਹਨੂੰ ਵਾਰ-ਵਾਰ ਪੈਰੋਲ ਕਿਉਂ ਮਿਲ ਜਾਂਦੀ ਹੈ। ਤੇ ਮੈਂ ਉਦੋਂ ਵੀ ਗੱਲ ਕਹੀ ਸੀ ਵੀ ਇਹਨਾਂ ਨੇ ਵਿਰੋਧ ਕਰਦੇ ਰਹਿਣਾ, ਉਹਨੇ ਬਾਹਰ ਆਉਂਦੇ ਰਹਿਣਾ। ਇਹਨਾਂ ਦੇ ਵਿਰੋਧ ਦਾ ਉਹਦੇ ਤੇ ਅਸਰ ਕੋਈ ਨਹੀਂ, ਉਹਦੇ ਬਾਹਰ ਆਉਣ ਦਾ ਇਹਦੇ ਤੇ ਉੱਤੇ ਅਸਰ ਹੈਗਾ। ਕਿਉਂਕਿ ਇਹ ਚਾਹੁੰਦੇ ਜੀ ਕਿ ਬੰਦੀ ਸਿੰਘ ਵੀ ਰਿਹਾ ਹੋਣ, ਤੇ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਸਰਕਾਰ ਗੱਲ ਕੋਈ ਨਹੀਂ ਕਰ ਦੇਗੀ। ਸੋ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਜੀ। ਜੀ ਬਿਲਕੁਲ ਸਹੀ ਟਾਣਾ ਸਾਹਿਬ। ਅੱਗੇ ਵਧਦੇ ਹਾਂ, ਹੁਣ ਗੱਲ ਕਰਦੇ ਹਾਂ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ। ਕਹਿੰਦੇ ਪੰਚਾਇਤੀ ਚੋਣਾਂ ਦੇ ਬਾਰੇ 'ਚ ਵੱਡਾ ਐਲਾਨ ਕੀਤਾ ਉਹਨਾਂ ਨੇ। ਕੀ ਕਹਿਣਾ ਉਹਨਾਂ ਦਾ? ਦੇਖੋ ਜੀ, ਪੰਜਾਬ ਦੇ ਮੁੱਖ ਮੰਤਰੀ ਨੇ ਨਾ ਜਿਹੜਾ ਐਲਾਨ ਕੀਤਾ ਉਹ ਬੜਾ ਮਹੱਤਵਪੂਰਨ ਇਸ ਕਰਕੇ ਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਵੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਊਗੀ ਉਸ ਪਿੰਡ ਨੂੰ ਅਸੀਂ 5 ਲੱਖ ਰੁਪਈਆ ਇਨਾਮ ਦੇ ਤੌਰ ਦੇ ਉੱਤੇ ਦੇਵਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਹੋਵੇ, ਪਿੰਡਾਂ ਦੇ ਵਿੱਚ ਭਾਈਚਾਰਕ ਏਕਤਾ ਬਰਕਰਾਰ ਰਹੇ, ਲੋਕ ਲੜਨ ਨਾ, ਲੋਕ ਇਕੱਠੇ ਰਹਿਣ, ਇਕਜੁੱਟ ਹੋ ਕੇ ਰਹਿਣ। ਭਗਵੰਤ ਮਾਨ ਨੇ ਲੰਮੀ ਚੌੜੀ ਕੱਲ ਪੋਸਟ ਪਾਈ ਹੈ। ਉਹਨਾਂ ਨੇ ਕਿਹਾ ਜੀ ਕਿ ਪਿੰਡਾਂ ਨੂੰ ਬਚਾਉਣ ਦੇ ਲਈ, ਪਿੰਡਾਂ ਨੂੰ ਵਸਾਉਣ ਦੇ ਲਈ, ਪਿੰਡਾਂ ਦੇ ਵਿੱਚ ਏਕੇ ਦੇ ਲਈ ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ। ਸੋ ਦੇਖਦੇ ਹਾਂ ਭਾਈ, ਅੱਗੇ ਵੀ ਵੈਸੇ ਕਈ ਥਾਵਾਂ ਦੇ ਉੱਤੇ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਂਦੀਆਂ ਹੁੰਦੀਆਂ, ਪਰ ਕਈ ਥਾਵਾਂ ਦੇ ਉੱਤੇ ਇੱਕ ਅੱਧਾ ਘੜੀ ਚੂਜਾ ਕੋਈ ਨਾ ਕੋਈ ਦਿੱਕਤ ਆ ਜਾਂਦਾ ਹੁੰਦਾ ਵੀ ਜਿਹਦਾ ਕੋਈ ਵਜੂਦ ਨਹੀਂ ਹੁੰਦਾ, ਕੋਈ ਉਹੀ ਮੁਕਾਬਲਾ ਕਰਵਾ ਜਾਂਦਾ ਹੁੰਦਾ ਵੀ ਫਸੇ ਰਹੋ ਹੁਣ। ਸੋ ਐਤਕੀ ਭਾਈ ਏਦਾਂ ਕੋਈ ਨੱਕ ਦਾ, ਕੋਈ ਧੌਣ ਚਕੀਲੇ ਦਾ ਮਸਲਾ ਨਾ ਬਣੇ। ਸਾਰੇ ਹੀ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣ। ਮੈਨੂੰ ਨਹੀਂ ਪਤਾ ਵੀ ਸਰਕਾਰ ਨੇ ਮੰਨ ਲਓ ਕਿ 13,000 ਪਿੰਡਾਂ ਦੇ ਵਿੱਚੋਂ 5,000 ਪਿੰਡ ਮੰਨ ਲਓ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ, ਤੇ 5,000 ਨੂੰ ਤੁਸੀਂ 5 ਲੱਖ ਨਾਲ ਗੁਣਾ ਕਰ ਲਓ ਤੇ ਇੰਨਾ ਬਜਟ ਸਰਕਾਰ ਦੇ ਕੋਲੇ ਛੇਤੀ ਨਹੀਂ ਹੋਣਾਗਾ। ਇਹ ਵੀ ਗੱਲ ਪੱਕੀ ਆ। ਉਹ ਬਾਅਦ ਦੇ ਵਿੱਚ ਰੌਲੇ ਪਤਾ ਕੀ ਪੈਣੇ ਆ, ਅਸੀਂ ਪੰਚਾਇਤ ਸਰਬਸੰਮਤੀ ਨਾਲ ਚੁਣੀ, ਸਰਕਾਰ ਨੇ ਫੇਰ ਵੀ ਹਾਲੇ ਤੱਕ ਪੈਸੇ ਨਹੀਂ ਜਾਰੀ ਕੀਤੇ, 1 ਸਾਲ ਨਿਕਲ ਗਿਆ। ਉਹ ਮੈਂ ਸੋਚਦਾ ਵੀ ਭਾਵੇਂ ਉਹ ਪਤਾ ਨਹੀਂ ਕਦੋਂ ਦੇਣਗੇ ਕਦੋਂ ਨਹੀਂ, ਪਰ ਫਿਰ ਵੀ ਪਿੰਡ ਦੇ ਵਿੱਚ ਏਕੇ ਦੇ ਲਈ ਸਰਬਸੰਮਤੀ ਬੜੀ ਜ਼ਰੂਰੀ ਹੈ। ਲੜਨਾ ਕਿਹਦੇ ਨਾਲ ਆ?
ਮੁਕਾਬਲਾ ਕਿਹਦੇ ਨਾਲ ਆ? ਸਾਰੇ ਤਾਂ ਪਿੰਡ ਵਾਲੇ ਆਪਣੇ ਹੁੰਦੇ ਆ, ਤੇ ਫਿਰ ਝਗੜਾ ਕਿਹੜੀ ਗੱਲ ਦਾ ਜੀ? ਜੀ ਬਿਲਕੁਲ ਸਹੀ। ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਦੇ ਲਈ ਇੰਨਾ ਹੀ ਜੀ। ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਮਿਹਰਬਾਨੀ ਜੀ, ਮਿਹਰਬਾਨੀ।